ਭਾਰਤ ਮੂਲ ਰੂਪ ਤੋਂ ਖੇਤੀ ਪ੍ਰਧਾਨ ਦੇਸ਼ ਹੈ। ਇੱਥੋਂ ਦੇ ਲੋਕਾਂ ਦੇ ਲਈ ਸਭ ਤੋਂ ਉੱਤਮ ਸਹਿਕਾਰੀ ਕੁਟੀਰ ਉਦਯੋਗ ਕੋਈ ਹੋ ਸਕਦਾ ਹੈ ਤਾਂ ਉਹ ਹੈ ਪਸ਼ੂ ਪਾਲਣ। ਭਾਰਤ ਦੀ 80% ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਅਤੇ ਉਸ ਦਾ ਗੁਜ਼ਾਰਾ ਕਰਨ ਦਾ ਸਾਧਨ ਖੇਤੀਬਾੜੀ ਹੈ। 50% ਰਾਸ਼ਟਰ ਦੀ ਆਮਦਨੀ ਦਾ ਸਾਧਨ ਖੇਤੀ ਤੋਂ ਪ੍ਰਾਪਤ ਹੁੰਦਾ ਹੈ। ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਖੇਤੀਬਾੜੀ ਦਾ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾਚਾਰਿਆ। ਪੁਸਤਕ ਦਾ ਨਾਮ ਰਾਸ਼ਟਰ ਦੀ ਪ੍ਰਗਤੀ ਦੇ ਕੁਝ ਜ਼ਰੂਰੀ ਮਾਪਦੰਡ। ਪੁਸਤਕ ਦੀ ਜਾਣਕਾਰੀ। ਸਾਡਾ ਦੇਸ਼ ਖੇਤੀ ਪ੍ਰਧਾਨ ਹੈ। ਰਹਿਣ ਸਹਿਣ ਦੀਆਂ ਚੀਜ਼ਾਂ ਵਿੱਚ ਅਨਾਜ ਦਾ ਸਥਾਨ ਸਭ ਤੋਂ ਪਹਿਲਾਂ ਮੰਨਿਆ ਜਾਂਦਾ ਹੈ। ਕੱਪੜਾ ਅਤੇ ਮਕਾਨ ਦੀ ਸੁਵਿਧਾ ਨਾ ਰਹਿਣ ਤੇ ਵੀ ਕਿਸੇ ਤਰ੍ਹਾਂ ਕੰਮ ਚਲਾਇਆ ਜਾ ਸਕਦਾ ਹੈ, ਪਰ ਅਨਾਜ ਦੇ ਬਿਨਾਂ ਜ਼ਿੰਦਾ ਰਹਿਣਾ ਮੁਸ਼ਕਿਲ ਹੈ। ਪੈਦਾਵਾਰ ਵਧਾਉਣ ਵਿੱਚ ਸਭ ਤੋਂ ਪਹਿਲਾਂ ਉਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਦੀ ਅਣਹੋਂਦ ਵਿੱਚ ਜੀਵਨ ਮਰਨ ਦੀ ਸਥਿਤੀ ਪੈਦਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਜਿੰਨੇ ਵੀ ਦੇਸ਼ ਪਿਛੜੇ ਹੋਏ ਹਨ, ਉਹਨਾਂ ਨੂੰ ਉਨੀ ਹੀ ਜ਼ਿਆਦਾ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕੀਤੀ ਹੈ। ਨਤੀਜੇ ਵਜੋਂ ਉਹ ਜ਼ਹਿਰ ਮਨੁੱਖ ਦੇ ਸਰੀਰ ਵਿੱਚ ਘੁਲਦੀ ਮਿਲਦੀ ਗਈ ਅਤੇ ਕਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਬੌਧਿਕ ਪਿਛੜੇਪਨ ਅਤੇ ਅਨਪੜ੍ਹਤਾ ਕਾਰਨ ਪਿਛੜੇ ਮੁਲਕਾਂ ਦੇ ਕਿਸਾਨ ਉਨੇ ਜਾਗਰੂਕ ਵੀ ਨਹੀਂ ਹਨ ਕਿ ਦਵਾਈਆਂ ਦੇ ਦੁਰਗਾਮੀ ਮਾੜੇ ਪ੍ਰਭਾਵਾਂ ਤੋਂ ਸੁਚੇਤ ਹੋ ਸਕਣ। ਨਤੀਜਾ ਇਹ ਹੈ ਕਿ ਜ਼ਿਆਦਾ ਅਨਾਜ ਉਤਪਾਦਨ ਦੇ ਲਈ ਆਧੁਨਿਕ ਰਸਾਇਣਿਕ ਖਾਦਾਂ ਦਾ ਉਪਯੋਗ ਕਰਨ ਦੀ ਬਜਾਏ ਵੱਖ-ਵੱਖ ਜੀਵਾਂ, ਬੈਕਟੀਰੀਆ, ਕੀਟ ਪਤੰਗਾਂ ਆਦਿ ਦੀ ਸਹਾਇਤਾ ਲੈਣੀ ਚਾਹੀਦੀ ਹੈ। ਵਨਸਪਤੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਕੀਟਨਾਸ਼ਕ ਦਵਾਈਆਂ ਦੇ ਸਥਾਨ ਤੇ ਅਜਿਹੇ ਜੀਵਾਣੂਆਂ ਦਾ ਵਿਕਾਸ ਕਰਨਾ ਚਾਹੀਦਾ ਹੈ ਜੋ ਇਹਨਾਂ ਕੀਟਾਣੂਆਂ ਨੂੰ ਖੁਦ ਨਸ਼ਟ ਕਰ ਦੇਣ। ਪੁਸਤਕ ਦੇ ਕੁਝ ਪ੍ਰਸ਼ਨ। ਰਸਾਇਣਿਕ ਖਾਦਾਂ ਦੀ ਵਰਤੋਂ ਕਿੰਨੀ ਉਚਿਤ ਹੈ? ਆਮਦਨ ਵਧਾਉਣ ਲਈ ਤੰਬਾਕੂ ਦੀ ਖੇਤੀ ਕਰਨਾ ਕਿੰਨਾ ਉਚਿਤ ਹੈ? ਨਕਲੀ ਖਾਦ ਦੇ ਕੀ ਲਾਭ ਹਨ, ਕੀ ਨੁਕਸਾਨ ਹਨ? ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ? ਸਾਨੂੰ ਪ੍ਰਗਤੀ ਦੇ ਲਈ ਕੀ ਕਰਨਾ ਚਾਹੀਦਾ ਹੈ? ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ, ਜਿਸ ਵਿੱਚ ਲੇਖਕ ਨੇ ਪੇੜ ਲਗਾਉਣ, ਖੇਤੀ ਅਤੇ ਪਸ਼ੂ ਪਾਲਣ ਬਾਰੇ, ਕੁਟੀਰ ਉਦਯੋਗ, ਗੋਬਰ ਗੈਸ ਪਲਾਂਟਾਂ ਦੀ ਇਸ ਤਰ੍ਹਾਂ ਚਰਚਾ ਕੀਤੀ ਹੈ ਜਿਵੇਂ ਸ਼ੋਧ ਪ੍ਰਬੰਧ ਲਿਖਿਆ ਜਾ ਰਿਹਾ ਹੋਵੇ। ਪੁਸਤਕ ਦੇ ਕੁਝ ਅੰਸ਼। ਤੰਬਾਕੂ ਦੀ ਪੈਦਾਵਾਰ ਦੇ ਲਈ ਵਰਤੀ ਜਾਣ ਵਾਲੀ ਭੂਮੀ ਦੀ ਹਾਲਤ ਆਖਰਕਾਰ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ ਜਿਵੇਂ ਕਿ ਕੈਂਸਰ ਤੋਂ ਪੀੜਤ ਵਿਅਕਤੀ ਦੀ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਨਿਰੰਤਰ 10 ਸਾਲਾਂ ਤੱਕ ਕਿਸੇ ਜ਼ਮੀਨ ਤੇ ਤੰਬਾਕੂ ਦੀ ਖੇਤੀ ਕੀਤੀ ਜਾਵੇ ਤਾਂ ਉਹ ਇਸ ਲਾਇਕ ਨਹੀਂ ਰਹਿੰਦੀ ਹੀ ਕਿ ਦੁਬਾਰਾ ਉਸ ਨੂੰ ਉਤਪਾਦਨ ਦੇ ਲਈ ਵਰਤਿਆ ਜਾ ਸਕੇ। ਉਸ ਦੀ ਉਪਜਾਊ ਸ਼ਕਤੀ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੀ ਹੈ। ਪੇੜਾਂ ਦੀ ਹਰਿਆਲੀ, ਵਨਸਪਤੀਆਂ ਦੀ ਘਾਟ ਨਾਲ ਵਾਤਾਵਰਣ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਆਕਸੀਜਨ ਜੀਵਨ ਦਾ ਸਰੋਤ ਹੈ। ਵਾਤਾਵਰਣ ਵਿੱਚ ਇਸ ਦੀ ਕਮੀ ਨਾ ਕੇਵਲ ਸਰੀਰਕ ਬਲਕਿ ਕਈ ਤਰ੍ਹਾਂ ਦੇ ਮਾਨਸਿਕ ਰੋਗਾਂ ਨੂੰ ਜਨਮ ਦਿੰਦੀ ਹੈ। ਸ਼ੁੱਧ ਅਤੇ ਜ਼ਿਆਦਾ ਮਾਤਰਾ ਵਿੱਚ ਪ੍ਰਾਣ ਵਾਯੂ ਨਾ ਮਿਲਣ ਦੇ ਕਾਰਨ ਮਨੁੱਖ ਦਾ ਦਿਮਾਗੀ ਸੰਤੁਲਨ ਵਿਗੜ ਜਾਂਦਾ ਹੈ। ਮਾਨਸਿਕ ਅਸ਼ਾਂਤੀ ਕਾਰਨ ਮਨ ਦਾ ਸੰਤੁਲਨ ਗੜਬੜਾ ਜਾਂਦਾ ਹੈ। ਬੇਚੈਨ ਮਨ ਸਥਿਤੀ ਮਨੋਵਿਕਾਰਾਂ ਨੂੰ ਜਨਮ ਦਿੰਦੀ ਹੈ। ਸਾਰੇ ਜਾਣਦੇ ਹਨ ਕਿ ਅਪਰਾਧ ਕਰਨ ਵਿੱਚ ਬੇਚੈਨ ਮਨ ਸਥਿਤੀ ਦੀ ਮੁੱਖ ਭੂਮਿਕਾ ਹੁੰਦੀ ਹੈ। ਦੇਸ਼ ਦੀ ਪ੍ਰਗਤੀ ਅਤੇ ਖੁਸ਼ਹਾਲੀ ਵੀ ਇਸ ਸੰਤੁਲਨ ਤੇ ਨਿਰਭਰ ਹੈ। ਸਵਾਰਥ ਅਤੇ ਪਰਮਾਰਥ ਦਾ ਭੌਤਿਕ ਅਤੇ ਅਧਿਆਤਮਿਕ ਦੋਹਾਂ ਦਾ ਉਦੇਸ਼ ਪੂਰਾ ਕਰਨ ਦੇ ਲਈ ਰੁੱਖ ਲਗਾਉਣ ਵਰਗੇ ਪੁੰਨ ਕਾਰਜਾਂ ਦੇ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਦੂਜੇ ਜੀਵਾਂ ਨੂੰ ਵੀ ਆਪਣੇ ਵਰਗਾ ਸ੍ਰਿਸ਼ਟੀ ਦਾ ਇੱਕ ਜ਼ਰੂਰੀ ਅਤੇ ਅਨਿੱਖੜਵਾਂ ਅੰਗ ਸਮਝ ਕੇ ਜੇਕਰ ਮਨੁੱਖ ਨੂੰ ਦਿੱਤਾ ਹੁੰਦਾ ਜਾਂ ਉਹਨਾਂ ਨੂੰ ਆਜ਼ਾਦ ਹੋ ਕੇ ਜਿਉਣ ਲਈ ਛੱਡ ਦਿੱਤਾ ਜਾਂਦਾ ਤਾਂ ਇਹ ਸੰਸਾਰ ਹੋਰ ਵੀ ਜ਼ਿਆਦਾ ਸੁੰਦਰ ਦਿਖਾਈ ਪੈਂਦਾ। ਦੇਸ਼ ਦੇ ਹਰੇਕ ਵਿਅਕਤੀ ਨੂੰ ਔਸਤਨ ਥੋੜਾ ਜਿਹਾ ਦੁੱਧ ਉਪਲਬਧ ਹੈ, ਜਦੋਂ ਕਿ ਸੰਤੁਲਿਤ ਭੋਜਨ ਦੇ ਵਿੱਚ 250 ਗ੍ਰਾਮ ਦੁੱਧ ਜ਼ਰੂਰੀ ਦੱਸਿਆ ਗਿਆ ਹੈ। ਇਹ ਕਮੀ ਗਾਵਾਂ ਪਾਲਣ ਨਾਲ ਹੀ ਪੂਰੀ ਹੋ ਸਕਦੀ ਹੈ। ਪਸ਼ੂ ਪਾਲਣ ਦਾ ਉਤਸ਼ਾਹ ਪੈਦਾ ਹੋਵੇ ਤਾਂ ਕਈ ਤਰ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਹੋ ਸਕਣਾ ਸੰਭਵ ਹੈ। ਬੇਰੁਜ਼ਗਾਰੀ, ਸਿਹਤ, ਖੇਤੀ ਦੀ ਸਮੱਸਿਆਵਾਂ ਦੇ ਹੱਲ ਕਰਕੇ ਤੇਜ਼ੀ ਨਾਲ ਅੱਗੇ ਵਧਣਾ ਸੰਭਵ ਹੈ। ਪੁਸਤਕ ਦੇ ਕੁਝ ਬਿੰਦੂ। ਤਰੱਕੀ ਦੇ ਜੋਸ਼ ਵਿੱਚ ਗਿਰਾਵਟ ਵੱਲ ਨਾ ਵਧੋ। ਕੁਦਰਤੀ ਆਫਤਾਂ ਦਾ ਕਾਰਨ ਅਤੇ ਰੋਕਥਾਮ। ਰੁੱਖ ਬਨਸਪਤੀਆਂ ਦੇ ਅਨੁਦਾਨ ਵੀ ਭੁਲਾਏ ਨਾ ਜਾਣ। ਵਾਤਾਵਰਣ ਦੇ ਚੱਕਰ ਨੂੰ ਤੋੜੋ ਨਹੀਂ ਬਚਾਓ। ਊਰਜਾ ਸੰਕਟ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਕੁਝ ਉਪਯੋਗੀ ਸੁਝਾਅ। ਕੁਟੀਰ ਉਦਯੋਗਾਂ ਦਾ ਵਿਕਾਸ ਹੋਵੇ, ਆਰਥਿਕਤਾ ਮਜ਼ਬੂਤ ਬਣੇ। ਪਸ਼ੂ ਪਾਲਣ ਭਾਰਤ ਦੇ ਲਈ ਜ਼ਰੂਰੀ ਅਤੇ ਆਸਾਨ ਕੁਟੀਰ ਉਦਯੋਗ।